ਹੈਲੋ ਅਸਲਾਮ ਵਾਲੇਕਮ ਸਤਿ ਸ੍ਰੀ ਅਕਾਲ। ਲਓ ਜੀ, ਅੱਜ ਅਸੀਂ ਗੱਲ ਕਰਾਂਗੇ ਜੀ ਉਹਨਾਂ ਗੱਦਾਰਾਂ ਦੇ ਬਾਰੇ ਚ ਕਿ ਜਿਹੜੇ ਪਾਕਿਸਤਾਨ ਨੂੰ, ਜਿਨ੍ਹਾਂ ਨੂੰ ਬੜੀ ਤਕਲੀਫ ਸੀ ਪਾਕਿਸਤਾਨ ਦੀ, ਔਰ ਉਹ ਪਾਕਿਸਤਾਨ ਛੱਡ ਕੇ ਇੰਡੀਆ ਗਏ ਔਰ ਉੱਥੇ ਵੀ ਉਹਨਾਂ ਨੂੰ ਜੁੱਤੀਆਂ ਹੀ ਪਈਆਂ ਨੇ। ਉਹਨਾਂ ਦੇ ਵਿੱਚ ਸਭ ਤੋਂ ਪਹਿਲਾ ਨੰਬਰ ਆਉਂਦਾ ਜੀ ਇਸ ਗੱਦਾਰ ਦਾ, ਬਾਦਸ਼ਾਹ ਖਾਨ, ਜਿਹਦਾ ਤਾਲੁਕ ਪਸ਼ਾਵਰ ਨਾਲ ਸੀ ਤੇ ਕਾਇਦੇ ਆਜ਼ਮ ਦਾ ਤੇ ਕਿਆਮੇ ਪਾਕਿਸਤਾਨ ਦਾ ਇਹ ਬਹੁਤ ਵੱਡਾ ਮੁਹਾਲਫ ਸੀ। ਤੇ ਕਾਇਦੇ ਆਜ਼ਮ ਰਹਿਮਤੁल्लाह ਅਲੈਹ ਨੂੰ ਤੇ ਇਹ ਕਾਫਰ ਆਜ਼ਮ ਤੱਕ ਇਹ ਖਨਜ਼ੀਰ ਦਾ ਬੱਚਾ ਜਿਹੜਾ ਨਾ ਆਂਦਾ ਰਿਹਾ। ਤੇ ਇਹ ਉਹ ਬਾਦਸ਼ਾਹ ਖਾਨ ਹੈ ਕਿ ਜਿਹਦਾ ਅੱਗੋਂ ਪੋਤਰਾ ਹੈ ਸ਼ਾਹਰੁਖ ਖਾਨ। ਸਹੀ ਹੈ। ਸਭ ਤੋਂ ਪਹਿਲਾ ਗੱਦਾਰ ਇਹ ਸੀ ਪਾਕਿਸਤਾਨ ਦਾ ਕਿ ਜਿਹਨੂੰ ਜਾ ਕੇ ਫਿਰ ਇੰਡੀਆ 'ਚ ਵੀ ਢੋਈ ਨਹੀਂ ਸਹੀ ਤਰ੍ਹਾਂ ਹੋਈ, ਤੇ ਨਾ ਹੀ ਆਈ ਉਹਦੇ ਖਾਨਦਾਨ ਵਾਲਿਆਂ ਨੂੰ ਹੁੰਦੀ ਹੈ ਪਈ। ਤੇ ਬਾਕੀ ਇਹ ਵੇ ਕਿ ਇਹੋ ਜਿਹੇ ਜਿਹੜੇ ਨੇ ਨਾ, ਇਹੋ ਜਿਹਿਆਂ ਨੂੰ ਫਿਰ ਗੰਦੇ ਲਫਾਜ਼ਾਂ ਨਾਲ ਹੀ ਯਾਦ ਕੀਤਾ ਜਾਂਦਾ, ਅੱਛੇ ਲਫਾਜ਼ਾਂ ਨਾਲ ਤੇ ਨਹੀਂ ਇਹੋ ਜਿਹਿਆਂ ਨੂੰ ਕੋਈ ਵੀ ਯਾਦ ਕਰਦਾ। ਤੇ ਬਾਕੀ ਇਹ ਵੇ ਕਿ ਅਗਲਾ ਇਸ ਤੋਂ ਅੱਗੇ ਨੰਬਰ ਆਉਣ ਲੱਗਾ ਜੀ ਇੱਕ ਹੋਰ ਗੱਦਾਰ ਦਾ। ਇਹ ਸਾਰੇ ਗੱਦਾਰ ਅੱਜ ਇਕੱਠੇ ਕੀਤੇ ਨੇ ਮੈਂ, ਅੱਜ ਗੱਦਾਰਾਂ ਦੇ ਬਾਰੇ ਚ ਗੱਲ ਹੋਏ ਦੀ। ਸਹੀ ਹੈ। ਤੇ ਉਹ ਗੱਦਾਰ ਨੇ ਕਿ ਜਿਨ੍ਹਾਂ ਨੂੰ ਇੰਡੀਆ ਚੋਂ ਵੀ ਫਿਰ ਜੁੱਤੀਆਂ ਹੀ ਪਈਆਂ ਨੇ, ਉੱਧਰੋਂ ਵੀ ਕੱਖ ਨਹੀਂ ਲੱਭਾ ਇਹਨਾਂ ਨੂੰ। ਇਹ ਉਹ ਗੱਦਾਰ ਨੇ। ਪਹਿਲਾ ਗੱਦਾਰ ਇਹ ਸੀ ਬਾਦਸ਼ਾਹ ਖਾਨ, ਪਿਸ਼ਾਵਰ ਨਾਲ ਇਹਦਾ ਤਲਕ ਸੀ, ਇੰਡੀਆ ਟੁਰ ਗਿਆ ਸੀ, ਗਾਂਧੀ ਨਾਲ ਜਾ ਮਿਲਿਆ ਸੀ ਉਦੋਂ। ਤੇ ਬਾਕੀ ਇਸ ਤੋਂ ਬਾਅਦ ਅਗਲਾ ਨੰਬਰ ਆਉਂਦਾ ਜੀ ਹੁਣ। ਦੂਸਰਾ ਨੰਬਰ ਆਉਂਦਾ ਜੀ ਇਸ ਗੱਦਾਰ ਦਾ ਅਦਨਾਨ ਸਮੀ। ਇਹ ਉਹ ਬਗੈਰਤ ਦਾ ਬੱਚਾ ਹੈ ਕਿ ਜਿਹਨੇ ਪਾਕਿਸਤਾਨੋਂ ਇੰਡੀਆ ਜਾ ਕੇ ਗਿਆ ਵੈਸੇ ਘੱਲਿਆ ਤੇ ਅਸਾਂ ਇਹਨੂੰ ਮੋਟਾ ਸੀ, ਇੰਡੀਆ ਵਾਲਿਆਂ ਪਤਾ ਨਹੀਂ ਕੀ ਕਰਕੇ ਇਹਨੂੰ ਪਤਲਾ ਕਰ ਛੜਿਆ। ਅੱਲਾ ਜਾਣੇ ਕੀ ਕਰਵਾਉਂਦੇ ਰਹੇ ਨੇ ਇਹਦੇ ਕੋਲ, ਇਸ ਖਨਜ਼ੀਰ ਦੇ ਬੱਚੇ ਕੋਲੋਂ। ਇਹ ਉਹ ਬਗੈਰਤ ਦਾ ਬੱਚਾ ਜਿਹੜਾ ਇੰਡੀਆ ਜਾ ਕੇ ਪਾਕਿਸਤਾਨ ਦੇ ਖਿਲਾਫ ਭੌਂਕਦਾ ਰਿਹਾ, ਤੇ ਇੰਨਾ ਕੁ ਭੌਂਕਿਆ ਕਿ ਭੌਂਕ ਭੌਂਕ ਕੇ ਇਸ ਕੁੱਤੇ ਦਾ ਅੱਧਾ ਵੀ ਨਹੀਂ ਰਿਹਾ। ਇਹ ਬਹੁਤ ਬਗੈਰਤ ਆਦਮੀ ਹੈ, ਖਨਜ਼ੀਰ ਹੈ। ਤੇ ਫਿਰ ਉੱਥੇ ਜਾ ਕੇ ਜੇ ਭੌਂਕਿਆ ਤੇ ਇਹਦੇ ਭੌਂਕੇ ਦਾ ਵੀ ਕੋਈ ਫਾਇਦਾ ਨਹੀਂ, ਉੱਥੋਂ ਵੀ ਇਹਨੂੰ ਜੁੱਤੀਆਂ ਪਈਆਂ ਨੇ। ਉਹਨਾਂ ਵੀ RRS ਵਾਲਿਆਂ ਜਿਹੜਾ ਨਾ ਇਹਨੂੰ ਕਿਹਾ, ਉਹਨਾਂ ਕਿਹਾ ਮਾਮਾ ਤੂੰ ਪਾਕਿਸਤਾਨ ਦਾ ਨਹੀਂ ਬਣਿਆ, ਤੂੰ ਸਾਡਾ ਕਿੱਥੋਂ ਬਣ ਜਾਣਾ। ਇਹ ਗੱਦਾਰ ਨੰਬਰ 2 ਸੀ ਜੀ। ਹੁਣ ਆਪ ਹੀ ਹਿਸਾਬ ਲਾ ਲਓ ਕਿ ਜਿਹੜਾ ਪੁਰਾਣੀ ਇਹਦੀ ਤਸਵੀਰ ਹੈ ਉਹ ਵੀ ਹੈ ਨਾਲ, ਤੇ ਨਾਲ ਇਹਦੀ ਨਵੀਂ ਵੀ ਹੈ। ਇਹ ਉਹ ਖਨਜ਼ੀਰ ਹੈ ਕਿ ਜਿਹੜਾ ਆਪਣੇ ਮੁਲਕ ਦਾ ਸਕਾ ਨਹੀਂ ਹੋਇਆ, ਗੱਦਾਰ ਹੈ ਪਾਕਿਸਤਾਨ ਦਾ ਵੀ, ਤੇ ਇਹਨੇ ਇੰਡੀਆ ਨਾਲ ਵੀ ਗੱਦਾਰੀ ਕੱਲ ਨੂੰ ਕਰਨੀ ਹੈ। ਤੇ ਇਹਦੇ ਨਾਲ ਦਾ ਦੁਨੀਆ ਦੇ ਉੱਤੇ ਬਗੈਰਤ ਤੇ ਚਵਲ ਤੇ ਖਨਜ਼ੀਰ ਦਾ ਬੱਚਾ ਕੋਈ ਨਹੀਂ ਹੋਣਾ। ਬਹੁਤ ਬਗੈਰਤ ਆਦਮੀ ਹੈ। ਇਹਨੂੰ ਇੰਡੀਆ ਵਾਲੇ ਇਹਨੂੰ ਰੱਜ ਰੱਜ ਕੇ ਜੁੱਤੀਆਂ ਮਾਰੋ ਕੰਜਰ ਨੂੰ। ਇਹ ਬਹੁਤ ਬਗੈਰਤ ਆਦਮੀ ਜੇ ਕਿ ਜਿਹੜਾ ਆਪਣੇ ਮੁਲਕ ਦਾ ਸਕਾ ਨਹੀਂ ਹੈ, ਤੁਹਾਡਾ ਕਿੱਥੋਂ ਸਕਾ ਹੋਣਾ, ਇਹ ਵੀ ਸੋਚੋ। ਇਹ ਖਨਜ਼ੀਰ ਦਾ ਬੱਚਾ ਕੀ ਕੁਝ ਨਹੀਂ ਉੱਥੇ ਭੌਂਕਦਾ ਪਿਆ ਪਾਕਿਸਤਾਨ ਦੇ ਖਿਲਾਫ ਜਾ ਕੇ। ਤੇ ਲਿਹਾਜ਼ਾ ਤੁਹਾਡੀ ਮਿਹਰਬਾਨੀ, ਇਹਨੂੰ ਜੁੱਤੀਆਂ ਦਾ ਘਾਟਾ ਏ। ਇਹ ਜੁੱਤੀਆਂ ਇਹਨੂੰ ਇੱਥੇ ਘੱਟ ਪੈਂਦੀਆਂ ਹਨ, ਇਹ ਉੱਥੇ ਬਹੁਤੀਆਂ ਮਾਰੋ। ਇਹ ਉਹ ਖਨਜ਼ੀਰ ਹੈ ਕਿ ਜਿਹੜਾ ਇਹ ਤੇ ਇਹਦੀ ਭੈਣ ਕਿਧਰੇ ਰਸ਼ੀਆ ਚੋਂ ਪੜ੍ਹ ਕੇ ਆਏ ਸਨ, ਪਤਾ ਨਹੀਂ ਕਿਹੜੀ ਜਗ੍ਹਾ ਤੋਂ ਪੜ੍ਹ ਕੇ ਆਏ ਸਨ, ਮੈਨੂੰ ਯਾਦ ਨਹੀਂ। ਤੇ ਇਹਨਾਂ ਦੋਵਾਂ ਭੈਣ ਭਰਾਵਾਂ ਆ ਕੇ ਪਹਿਲਾ ਬਿਆਨ ਖਨਜ਼ੀਰ ਦੇ ਬੱਚਿਆਂ ਪਤਾ ਕੀ ਦਿੱਤਾ ਸੀ, ਇਹ ਤਾਂ ਕਿਸੇ ਮਜ਼ਹਬ ਦਾ ਹੀ ਨਹੀਂ। ਇਹਨਾਂ ਇਹ ਬਿਆਨ ਦਿੱਤਾ ਸੀ ਕਿ ਇਹ ਇਸਲਾਮ ਦੇ ਵਿੱਚ ਅਗਰ ਇਹ ਜਾਇਜ਼ ਹੁੰਦਾ ਤੇ ਅਸੀਂ ਆਪਸ 'ਚ ਸ਼ਾਦੀ ਕਰ ਲੈਂਦੇ। ਨਊਜ਼ ਬਿਲਾ, ਅੱਲਾਹ ਤਾਲਾ ਮਾਫੀ ਦੇ ਜੀ। ਹੁਣ ਇਹ ਦੱਸੋ ਕਿ ਇਹਨਾਂ ਦਾ ਦੀਨ ਮਜ਼ਹਬ ਜਾਂ ਇੱਕ ਉਲੂ ਦਾ ਪੱਠਾ ਕਿਹਦਾ ਸਕਾ ਹੈ। ਜਿਹੜਾ ਆਪਣੇ ਮੁਲਕ ਦਾ ਗੱਦਾਰ, ਜਿਹੜਾ ਆਪਣੇ ਮਜ਼ਹਬ ਦਾ ਗੱਦਾਰ ਹੈ, ਇਸ ਉਲੂ ਦੇ ਪੱਠੇ ਨੂੰ ਇਸ ਜੱਗ 'ਚ ਵੀ ਤੇ ਅਗਲੇ ਜੱਗ 'ਚ ਵੀ ਜਾ ਕੇ ਢੋਈ ਨਹੀਂ ਹੋਣੀ। ਤੇ ਇੰਡੀਆ ਵਾਲੇ ਅੱਗੇ ਗੁਜ਼ਾਰਿਸ਼, ਇਸ ਕੰਜਰ ਨੂੰ ਮਾਰੋ ਜੁੱਤੀਆਂ। ਇਹਨੂੰ ਇਹਦੀ ਔਕਾਤ ਯਾਦ ਕਰਾਓ ਕਿ ਬਗੈਰਤ ਦੇ ਆ ਬਚਿਆ, ਤੂੰ ਕੀ ਸੈਂ? ਤੇ ਇੱਥੇ ਅੰਬ ਲੈਣ ਆਇਆ ਤੂੰ? ਆਪਣੇ ਮੁਲਕ ਦਾ ਜਿੱਥੇ ਦਾ ਨਮਕ ਖਾਦਾ ਹੀ ਤੂੰ ਉਹਦਾ ਨਹੀਂ ਨਮਕ ਹਰਾਮੀ ਕਰ ਗਿਆ, ਉਹਦੇ ਨਾਲ ਵੀ ਉਸ ਮੁਲਕ ਦਾ ਵੀ ਤੂੰ ਸਕਾ ਨਹੀਂ, ਤੇ ਤੂੰ ਸਾਡਾ ਸਕਾ ਕਿੱਥੋਂ ਹੈ? ਜਦ ਦਫਾ ਹੋਈਆ ਇੱਥੋਂ।
ਇਹਦੇ ਕੋਲੋਂ ਜਾਨ ਛਡਾਓ ਇਸ ਖੰਜ਼ੀਰ ਦੇ ਬੱਚੇ ਕੋਲੋਂ। ਗੱਦਾਰ ਨੰਬਰ 3 ਹਾਜ਼ਰ ਜੀ ਬਲਦੇਵ ਕੁਮਾਰ, ਜਿਹੜਾ ਕਿ ਹਿੰਦੂ ਸੀ ਤੇ ਪਸ਼ਾਵਰ ਦਾ ਰਹਿਣ ਵਾਲਾ ਸੀ। ਇਹ ਖੰਜ਼ੀਰ ਦਾ ਬੱਚਾ ਇੱਥੋਂ ਗਿਆ ਜਾ ਕੇ ਅਸਾਲਮ ਨੇ ਇੰਡੀਆ ਦੇ ਵਿੱਚ ਬਣ ਗਿਆ ਸਿੱਖ। ਇੱਥੋਂ ਇਹ ਨੱਸ ਕੇ ਗਿਆ ਸੀ, ਇਹਦੇ ਤੇ ਕੇਸ ਸੀ। ਇਹ ਨੱਸ ਕੇ ਇੰਡੀਆ 'ਚ ਜਾ ਕੇ ਇਹਨੇ ਉੱਥੇ ਜਾ ਕੇ ਕਿਹਾ ਜੀ ਮੈਂ ਸਿੱਖ ਸਾਂ ਤੇ ਸਿੱਖਾਂ ਨੂੰ ਤੇ ਉੱਥੇ ਬੜਾ ਮਾਰਿਆ ਜਾਂਦਾ ਤੇ ਉੱਥੇ ਇਹਦੀ ਸਾਜ਼ਿਸ਼ ਇਹਦੀ ਇਹ ਸੀ ਕਿ ਉਹਨਾਂ ਦਿਨਾਂ ਦੇ ਵਿੱਚ ਕਰਤਾਰਪੁਰ ਕੋਰੀਡੋਰ ਦਾ ਬਣ ਰਿਹਾ ਸੀ ਤੇ ਇਹਨਾਂ ਦੀ ਸਾਜ਼ਿਸ਼ ਇਹਦੀ ਇਹ ਸੀ ਕਿ ਉਹਨੂੰ ਰੋਕਿਆ ਜਾਵੇ। ਇਹਨੇ ਜਨਾਬ ਸਿੱਖ ਦਾ ਰੂਪ ਧਾਰ ਕੇ ਇੰਡੀਆ 'ਚ ਗਿਆ। ਉੱਥੇ ਜਾ ਕੇ ਇਹਨੇ ਕਿਹਾ ਜੀ ਅਸੀਂ ਬੜੇ ਤੰਗ ਆ ਪਾਕਿਸਤਾਨ ਦੇ ਵਿੱਚ, ਪਾਕਿਸਤਾਨ ਤੇ ਬੜਾ ਹੀ ਜ਼ੁਲਮ ਕਰਦਾ ਪਿਆ ਸਿੱਖਾਂ ਦੇ ਉੱਤੇ ਤੇ ਮੈਂ ਤੇ ਉੱਥੋਂ ਨੱਸ ਆਇਆ ਜਾਨ ਬਚਾ ਕੇ। ਉੱਥੇ ਤੇ ਕੋਈ ਸੁਣਵਾਈ ਨਹੀਂ ਹੁੰਦੀ। ਹਾਲਾਂਕਿ ਖੋਤੀ ਦਾ ਬੱਚਾ ਪਾਰਲੀਮੈਂਟ ਦੇ ਵਿੱਚ ਸੀ ਤੇ ਪਾਰਲੀਮੈਂਟ 'ਚ ਕਿਸ ਤਰ੍ਹਾਂ ਆਇਆ ਉਹ ਵੀ ਤੁਹਾਨੂੰ ਦੱਸਣਾ ਜੀ। ਉਹ ਦੱਸਣ ਵਾਸਤੇ ਤੁਹਾਨੂੰ ਇੱਕ ਤਸਵੀਰ ਵਿਖਾਣਾ, ਉਹ ਵੀ ਦੇਖਿਓ ਜ਼ਰਾ। ਇਹ ਨੇ ਜੀ ਭਾਈ ਚਰਨਜੀਤ ਸਿੰਘ ਸਾਹਿਬ, ਜਿਨ੍ਹਾਂ ਨੂੰ ਬਲਦੇਵ ਕੁਮਾਰ ਨੇ ਕਤਲ ਕੀਤਾ ਇਸ ਵਾਸਤੇ ਕਿ ਇਹਨਾਂ ਤੋਂ ਬਗੈਰ, ਇਹਨਾਂ ਦੇ ਕਤਲ ਤੋਂ ਬਗੈਰ ਉਹ ਪੋਲੀਟੀਸ਼ੀਅਨ 'ਚ ਨਹੀਂ ਸੀ ਆ ਸਕਦਾ। ਇਹਨਾਂ ਨੂੰ ਕਤਲ ਕਰਕੇ ਤੇ ਬਲਦੇਵ ਕੁਮਾਰ ਹਰਾਮਦਾ ਇੰਡੀਆ ਨੱਸ ਗਿਆ ਤੇ ਪਹਿਲਾਂ ਜੇਲ੍ਹ ਵੀ ਗਿਆ, ਪਹਿਲਾਂ ਜੇਲ੍ਹ ਵੀ ਗਿਆ ਬਲਦੇਵ ਕੁਮਾਰ। ਜੇਲ੍ਹ 'ਚੋਂ ਜ਼ਮਾਨਤ ਹੋਈ ਉਹਦੀ, ਹੋਈ ਜ਼ਮਾਨਤ ਪੱਕੀ ਨਹੀਂ ਸੀ, ਆਰਜ਼ੀ ਜ਼ਮਾਨਤ ਹੋਈ ਹੈ ਤੇ ਇਹ ਪਰੌਣ ਤੇ ਸੀ। ਇਹ ਉਸ ਦੌਰਾਨ ਹੀ ਜਿਹੜਾ ਨਾ ਇਹ ਜਨਾਬ ਇੰਡੀਆ ਨੱਸ ਗਿਆ ਭਾਈ ਚਰਨਜੀਤ ਸਿੰਘ ਨੂੰ ਸ਼ਹੀਦ ਕਰਕੇ ਤੇ ਇਹ ਨੱਸ ਗਿਆ ਇੰਡੀਆ। ਤੇ ਅੱਗੋਂ ਇੰਡੀਆ ਜਾ ਕੇ ਕੇਸ ਰੱਖ ਕੇ ਤੇ ਦਸਤਾਰ ਬਣ ਕੇ ਆਂਦਾ ਜੀ ਮੈਂ ਸਿੱਖ ਹਾਂ, ਸਿੱਖ ਪਾਕਿਸਤਾਨ 'ਚ ਬੜੇ ਪਰੇਸ਼ਾਨ ਨੇ, ਬੜੇ ਤੰਗ ਨੇ। ਪਾਕਿਸਤਾਨ ਦੇ ਵਿੱਚ ਉਹਨਾਂ ਨੂੰ ਬੜਾ ਤੰਗ ਕੀਤਾ ਜਾਂਦਾ। ਇਸ ਖੋਤੀ ਦੇ ਬੱਚੇ ਨੂੰ ਇਹ ਨਹੀਂ ਪਤਾ ਕਿ ਇੰਡੀਆ ਵਾਲੇ ਕੋਈ ਐਡੇ ਬੇਵਾਕੂਫ ਨਹੀਂ ਜਿਹੜੇ ਤੇਰੀ ਗੱਲ 'ਚ ਆਈ ਜਾਣਗੇ। ਪਹਿਲੇ ਨੰਬਰ 'ਚ ਸਿੱਖੀਜ਼ਮ 'ਚ ਤੇ ਤੇਰਾ ਤਾਲਕ ਹੀ ਕੋਈ ਨਹੀਂ, ਤੂੰ ਸੈਂ ਹਿੰਦੂ। ਪਾਕਿਸਤਾਨ ਨੂੰ ਭਾਈ ਚਰਨਜੀਤ ਸਿੰਘ ਦੇ ਕਤਲ ਤੋਂ ਜਾਨ ਛਡਾਉਣ ਵਾਸਤੇ ਤੂੰ ਬਗੈਰ ਦਿਆ ਬਚਿਆ ਇੱਥੋਂ ਨਸਿਆ ਇੰਡੀਆ। ਇੰਡੀਆ ਜਾ ਕੇ ਜੋ ਲਫਲੁਲਾ ਗੰਦ ਬਕਦਾ ਰਿਹਾ ਪਾਕਿਸਤਾਨ ਦੇ ਖਿਲਾਫ। ਉੱਥੇ ਫਿਰ ਕੋਈ ਇੱਕ ਮੀਡੀਆ ਵਾਲਾ ਸੀ, ਉਹ ਬੰਦੇ ਦਾ ਪੁੱਤਰ ਸੀ ਕੋਈ, ਉਹਨੇ ਇਹਨੂੰ ਸਾਫ਼ ਕਿਹਾ। ਉਹਨੇ ਕਿਹਾ ਤੂੰ ਇੱਥੇ ਕੀ ਲੈਣ ਆਇਆ ਹੈ ਜੀ? ਮੈਂ ਅਸਾਲਮ ਲੈਣ ਆਇਆ, ਸਿੱਖਾਂ ਨੂੰ ਉੱਥੇ ਬੜਾ ਤੰਗ ਕੀਤਾ ਜਾਂਦਾ। ਹਾਲਾਂਕਿ ਪੂਰੀ ਦੁਨੀਆ ਜਾਣਦੀ ਏ ਕਿ ਸਿੱਖਾਂ ਲਈ ਤੇ ਪਾਕਿਸਤਾਨੀ ਆਪਣਾ ਜਾਨ ਵੀ ਹਾਜ਼ਰ ਕਰਦੇ ਨੇ। ਜਿੱਥੇ ਜਿੱਥੇ ਵੀ ਆਉਂਦੇ ਨੇ ਜਾ ਕੇ ਦੁਨੀਆ ਤੇ ਯਾਦ ਕਰ ਕਰਕੇ ਦੱਸਦੇ ਨੇ ਕਿ ਪਾਕਿਸਤਾਨ ਜਿਹੜਾ ਉਹ ਤੇ ਜਾਨ ਨਿਛਾਵਰ ਕਰਦਾ ਮਹਿਮਾਨਾਂ ਦੇ ਉੱਤੇ। ਤੇ ਇਹੋ ਜਿਹੇ ਕੁੱਤੇ ਦੀ ਫਰਿੰਜ ਦੀ ਅਗਲੇ ਨੇ ਬੇਇੱਜ਼ਤੀ ਕੀਤੀ। ਉਹਨੇ ਕਿਹਾ ਅਸੀਂ ਤੇਰੇ ਤੇ ਕਿਸ ਤਰ੍ਹਾਂ ਤਬਾਰ ਕਰ ਲਈਏ, ਤੂੰ ਮਾਮਾ ਆਪਣੇ ਮੁਲਕ ਦਾ ਨਹੀਂ ਸਕਾ, ਤੂੰ ਸਾਡਾ ਕਿੱਥੋਂ ਸਕਾ? ਤੇ ਇਹਦਾ ਹੁਲੀਏ ਤੇ ਨਾ ਜਾਓ, ਇਸ ਖੰਜ਼ੀਰ ਦੀਆਂ ਹਰਕਤਾਂ ਤੇ ਵੇਖੋ। ਹੁਣ ਅਗਲੀ ਤਸਵੀਰ ਇਹਦੀ ਵੇਖੋ, ਉਹਦੇ ਵਿੱਚ ਕੀ ਏ। ਇਹ ਆਉਣ ਜਾਂਦਾ ਮੈਂ ਸਿੱਖ ਹਾਂ ਤੇ ਇਹ ਅਗਲੀ ਤਸਵੀਰ ਜ਼ਰਾ ਗੌਰ ਨਾਲ ਵੇਖੋ ਇਹਦੀ, ਉਹਦੇ 'ਚ ਕੀ ਏ। ਇਹ ਵੇ ਜੀ ਜਿਹੜਾ ਭਾਈ ਚਰਨਜੀਤ ਸਿੰਘ ਜੀ ਨੂੰ ਮਾਰ ਕੇ ਤੇ ਇਹਨੇ ਪਾਰਲੀਮੈਂਟ ਦੇ ਵਿੱਚ ਆਪਣਾ ਹਿੱਸਾ ਲਿਆ ਸੀ। ਇਹ ਉਹਦਾ ਉਦੋਂ ਦਾ ਕਾਰਡ ਹੈ ਬਲਦੇਵ ਸਿੰਘ ਦਾ, ਬਲਦੇਵ ਰਾਮ ਦਾ, ਜਿਹੜਾ ਇੰਡੀਆ ਜਾ ਕੇ ਬਲਦੇਵ ਸਿੰਘ ਬਣ ਕੇ ਬੈਠਾ ਸੀ। ਸਹੀ ਹੈ। ਹੁਣ ਅੱਗੇ ਆ ਰਿਹਾ ਉਹਦਾ ID ਕਾਰਡ। ਇਹ ਆਂਦਾ ਜੀ ਮੈਂ ਸਿੱਖ ਹਾਂ, ਹਾਲਾਂਕਿ ਸਿੱਖੀ ਨਾਲ ਇਹਦਾ ਕੋਈ ਤਾਲਕ ਨਹੀਂ। ਇਹ ਆ ਰਿਹਾ ਉਹਦਾ ID ਕਾਰਡ। ਵਾਲਦ ਦਾ ਨਾਂ, ਬਾਪ ਦਾ ਨਾਂ ਬਲਦੇਵ ਕੁਮਾਰ, ਇਹਦਾ ਨਾਂ ਬਲਦੇਵ ਕੁਮਾਰ ਹੈ ਤੇ ਵਾਲਦ ਦਾ ਨਾਂ ਨਾਨਕ ਚੰਦ ਹੈ। ਹਾਲਾਂ ਇਸ ਖੋਤੀ ਦੇ ਬੱਚੇ ਨੂੰ ਕੋਈ ਇਹ ਸਮਝਾਏ ਕਿ ਸਿੱਖਾਂ ਦੇ ਵਿੱਚ ਕੋਈ ਕੁਮਾਰ ਜਾਂ ਚੰਦ ਸ਼ੰਦ ਨਹੀਂ ਲੱਗਦਾ।
ਸਿੰਘ ਕਦੀ ਵੀ ਆਪਣੇ ਨਾਂ ਅੱਗੇ ਇਹ ਚੀਜ਼ ਨਹੀਂ ਲਾਉਂਦੇ, ਉਹ ਸਿੰਘ ਸਿੰਘ ਹੀ ਹੁੰਦੇ ਨੇ। ਤੇ ਇਹਨੇ ਉੱਥੇ ਜਾ ਕੇ ਪ੍ਰਾਪੋਗੰਡਾ ਏਡਾ ਕੀਤਾ, ਅੱਗੇ ਉਹਦੀ ਹੁਣ ਫੈਮਿਲੀ ਆਈ ਹੈ, ਤੁਹਾਨੂੰ ਫੈਮਿਲੀ ਉਹਦੀ ਨਜ਼ਰ ਆ ਰਹੀ ਹੈ। ਹੁਣ ਇਹ ਦੱਸੋ, ਜੇ ਆਂਦਾ ਮੈਂ ਸਿੱਖ ਹਾਂ, ਇਹਦੇ ਬੱਚਿਆਂ ਦੇ ਕੇਸ ਕਿਉਂ ਨਹੀਂ ਹੈ? ਇਹਦੇ ਵੀ ਪਾਕਿਸਤਾਨ 'ਚ ਕੇਸ ਕੋਈ ਨਹੀਂ, ਜਦੋਂ ਨਸਿਆ ਨਾ ਜਾ ਕੇ ਉੱਥੇ ਕਿਧਰੇ ਰਿਹਾ ਏ, ਇਹਨੇ ਕੇਸ ਉੱਥੇ ਰੱਖੇ ਨੇ, ਦਾੜੀ ਸ਼ਾੜੀ ਸਾਰਾ ਕੁਝ ਇਹਨੇ ਉੱਥੇ ਰੱਖਿਆ। ਪਾਕਿਸਤਾਨ 'ਚ ਇਹਦਾ ਨਾ ਕੋਈ ਕੇਸ ਸੀ, ਨਾ ਇਹਦੀ ਦਾੜੀ ਸੀ, ਨਾ ਇਹਨੇ ਦਸਤਾਰ ਬੰਨੀ ਸੀ। ਤੇ ਇਸ ਤੇ ਇਹਦਾ ਤਾਲੁਕ ਹੀ ਕੋਈ ਨਹੀਂ, ਸਿਰਫ ਇਹ ਵੇ ਕਿ ਕਤਲ ਨੂੰ ਛੁਪਾਉਣ ਵਾਸਤੇ ਇੰਡੀਆ ਨਸਿਆ, ਕਤਲ ਤੋਂ ਜਾਨ ਬਚਾਉਣ ਲਈ ਇੰਡੀਆ ਨਸਿਆ। ਉੱਥੇ ਜਾ ਕੇ ਨੇ ਉਹ ਗੰਦ ਪਾਕਿਸਤਾਨ ਦੇ ਉੱਤੇ ਸੁੱਟਿਆ ਨਾ ਇਸ ਗੱਦਾਰ ਨੇ, ਤੇ ਉਥੋਂ ਵੀ ਫਿਰ ਇਹਨੂੰ ਜੁੱਤੀਆਂ ਪਈਆਂ ਨੇ। ਇਹੋ ਜਿਹੇ ਗੱਦਾਰਾਂ ਨੂੰ ਜੁੱਤੀਆਂ ਪੈਂਦੀਆਂ ਰਹਿਣੀਆਂ ਚਾਹੀਦੀਆਂ ਨੇ। ਇੰਡੀਆ ਵਾਲਿਓ ਅੱਖਾਂ ਖੋਲੋ, ਇਹੋ ਜਿਹੇ ਗੱਦਾਰਾਂ ਨੂੰ ਜਗ੍ਹਾ ਨਹੀਂ ਦੇਈਦੀ। ਸਹੀ ਹੈ, ਇਹੋ ਜਿਹੇ ਗੱਦਾਰਾਂ ਨੂੰ ਜਗ੍ਹਾ ਨਹੀਂ ਦੇਈਦੀ। ਜੇ ਤੁਹਾਡੇ ਕੋਲ ਵੀ ਕੋਈ, ਤੁਹਾਡੇ ਵੀ ਗੱਦਾਰ ਹੈ ਨੇ ਇੱਧਰ, ਤੇ ਉਹ ਵੀ ਦੱਸੋ, ਅਸੀਂ ਐਕਸਪੋਜ਼ ਕਰਾਂਗੇ। ਸਹੀ ਹੈ, ਤੁਹਾਡੇ ਗੱਦਾਰ ਵੀ ਅਗਰ ਪਾਕਿਸਤਾਨ 'ਚ ਹੈ ਨੇ, ਉਹ ਵੀ ਦੱਸੋ, ਅਸੀਂ ਐਕਸਪੋਜ਼ ਕਰਾਂਗੇ। ਅਸੀਂ ਡਰਦੇ ਨਹੀਂ ਕਿਸੇ ਕੋਲੋਂ, ਕਿਉਂਕਿ ਬੂਟਾ ਨਹੀਂ ਡਰਦਾ ਕਿਸੇ ਕੋਲ। ਤੇ ਲਿਹਾਜ਼ਾ ਬਲਦੇਵ ਸਿੰਘ ਤੇ ਕਦੀ ਇਤਬਾਰ ਨਾ ਕਰਿਓ, ਨਾ ਇਹ ਆਪਣੇ ਧਰਮ ਦਾ ਹੋਇਆ, ਨਾ ਹੀ ਇਹ ਆਪਣੇ ਪਾਕਿਸਤਾਨ ਦਾ ਹੋਇਆ ਜਿੱਥੇ 40 ਸਾਲ ਨਮਕ ਖਾਧਾ। ਉਸੇ ਮੁਲਕ ਨਾਲ ਇਹ ਨਮਕ ਹਰਾਮੀ ਕਰਕੇ ਗਿਆ। ਤੇ ਤੁਸੀਂ ਇਹ ਸੋਚੋ ਕਿ ਜਿਹੜਾ ਆਪਣੇ ਮੁਲਕ ਦਾ ਨਹੀਂ ਸਕਾ, ਜਿੱਥੇ ਇਹਨੇ 40 ਸਾਲ ਜ਼ਿੰਦਗੀ ਗੁਜ਼ਾਰੀ, ਜਿੱਥੇ ਇਹਦੇ ਮਾਂ ਬਾਪ ਭੈਣਾਂ ਭਰਾ ਨੇ, ਇਹ ਇਕੱਲੇ ਨੂੰ ਤਕਲੀਫ ਸੀ ਇੰਨੀ ਦੇ ਨੂੰ ਇੱਥੇ। ਇਹ ਸਿਰਫ ਕਤਲ ਤੋਂ ਜਾਨ ਛੁਡਾਉਣ ਵਾਸਤੇ ਬਗੈਰਤ ਦਾ ਬੱਚਾ ਨਸਿਆ। ਸਹੀ ਹੈ, ਲਿਹਾਜ਼ਾ ਇਹੋ ਜਿਹੇ ਬਗੈਰਤਾਂ ਕੋਲੋਂ ਜਿਹੜਾ ਬਚੋ, ਜਿੰਨਾ ਹੋ ਸਕਦਾ ਬਚੋ। ਸਹੀ ਹੈ, ਤੇ ਇਦੋਂ ਬਾਅਦ ਇੱਕ ਗੱਦਾਰ ਹੋਰ ਵੀ ਤੁਹਾਡੇ ਅੱਗੇ ਪੇਸ਼ ਕਰਨੇ ਆ। ਟੈਨਸ਼ਨ ਕਾਹਦੀ ਲੈ ਗਏ ਹੋ? ਗੱਦਾਰ ਬੜੇ, ਇਹੋ ਜਿਹੇ ਗੱਦਾਰਾਂ ਨੂੰ ਐਕਸਪੋਜ਼ ਕਰਦੇ ਰਵਾਂਗੇ। ਲਿਹਾਜ਼ਾ ਤੁਸੀਂ ਵੀ ਜਿਹੜਾ ਨਾ, ਅਗਰ ਕੋਈ ਉਧਰ ਦਾ ਗੱਦਾਰ ਇੱਧਰ ਆਇਆ ਤੇ ਉਹ ਵੀ ਦੱਸੋ, ਅਸੀਂ ਉਹਨੂੰ ਵੀ ਐਕਸਪੋਜ਼ ਕਰਾਂਗੇ। ਅਸੀਂ ਡਰਦੇ ਕੋਈ ਨਹੀਂ, ਬੂਟਾ ਨਹੀਂ ਡਰਦਾ ਕਿਸੇ ਕੋਲੋਂ। ਫਿਰ ਨਾ ਆਖਿਓ ਬੂਟਾ ਗਾਲਾਂ ਕੱਢਦਾ, ਬੂਟਾ ਸੱਚੀਆਂ ਗਾਲਾਂ ਕੱਢਦਾ ਇਹੋ ਜਿਹੇ ਗੱਦਾਰਾਂ ਨੂੰ। ਗੱਦਾਰ ਜਿਹੜੇ ਹੁੰਦੇ ਨੇ ਨਾ, ਇਹ ਅਸਾਈਲਮ ਲੈਣ ਵਾਸਤੇ ਨਾ ਕੁਝ ਵੀ ਭੌਂਕ ਜਾਂਦੇ ਨੇ। ਆਪਣੀ ਧਰਤੀ ਮਾਂ ਦੇ ਸਕੇ ਨਹੀਂ ਜਿਹੜੇ, ਇਹ ਸਮਝ ਲਓ ਕਿ ਤੁਹਾਡੇ ਸਕੇ ਕਿੱਥੋਂ ਨੇ। ਇੰਡੀਆ ਵਾਲੋ ਅੱਖਾਂ ਖੋਲੋ, ਇਹੋ ਜਿਹੇ ਗੱਦਾਰਾਂ ਨੂੰ ਜਗ੍ਹਾ ਨਾ ਦਿਓ ਆਪਣੇ ਮੁਲਕ 'ਚ। ਤੇ ਸਹੀ ਹੈ, ਇਹੋ ਜਿਹੇ ਗੱਦਾਰਾਂ ਕੋਲੋਂ ਬਚੋ। ਹੁਣ ਜੇ ਇਸ ਬਗੈਰਤ ਦੇ ਬੱਚੇ ਤੇ ਬੰਦਾ ਜਾਵੇ, ਤੁਸੀਂ ਇਹ ਦੱਸੋ, ਅਸੀਂ ਤੇ ਬੰਦ ਗੁਰਦੁਆਰੇ ਤੇ ਖੋਲਦੇ ਹੀ ਖੋਲਦੇ ਸਾਂ, ਤੇ ਬੰਦ ਮੰਦਰ ਵੀ ਖੋਲੇ ਨੇ। ਮੇਰੀ ਇੱਕ ਚਾਚੀ ਲੱਗਦੀ ਇਸ ਤਰ੍ਹਾਂ ਕਿ ਮੇਰੇ ਵਾਲਦ ਦੀ ਜਿਹੜੀ ਨਾ ਬਚਪਨ ਦੇ ਦੋਸਤ ਸਨ, ਚਾਚਾ ਮੇਲਾ ਰਾਮ, ਉਹਨਾਂ ਦੀ ਉਹ ਬੀਵੀ ਨੇ। ਉਹਨਾਂ ਨਾਲ ਇੱਕ ਦਿਨ ਮੇਰੀ ਗੱਲ ਹੋਈ, ਤੇ ਸਲਾਮ ਅਲੈਕੁਮ, ਵਾਲੇਕੁਮ ਸਲਾਮ। ਮੈਂ ਕਿਹਾ ਚਾਚੀ ਸੁਣਾਓ ਕੀ ਹਾਲ ਹੈ? ਗੱਲਬਾਤ ਸ਼ੁਰੂ ਹੋ ਗਈ। ਉਹ ਮੈਨੂੰ ਉਹ ਗੱਲ ਕਰਦਿਆਂ ਮੈਂ ਉਹਨਾਂ ਨੂੰ ਪਿਆਂਦਾ ਹਾਂ, ਮੈਂ ਕਿਹਾ ਅਸੀਂ ਵੀਡੀਓ ਬਣਾਉਂਦੇ ਹਾਂ, ਤੇ ਸਾਡੀ ਸਲਾਹ ਕੋਈ ਮੰਦਰ ਸ਼ੰਦਰ ਦੀ ਜਾਂ ਗੁਰਦੁਆਰਿਆਂ ਦੀ ਵੀਡੀਓ ਬਣਾਈਏ ਕਰੀਏ। ਤੇ ਚਾਚੀ ਮੇਰੀ ਆਂਦੀ ਕੋਈ ਨਹੀਂ, ਕੋਈ ਨਹੀਂ ਬਣਾ ਲਾਂਦੇ, ਜਦੋਂ ਆਖੇਂਗਾ ਟੁਰ ਚੱਲਾਂਗੇ ਤੇ ਮੈਂ ਤੇਰੇ ਨਾਲ ਜਾਵਾਂਗੀ। ਤੇ ਗੱਲਾਂ ਕਰਦਿਆਂ ਮੈਂ ਫਿਰ ਕਿਹਾ, ਮੈਂ ਕਿਹਾ ਚਾਚੀ ਸਾਡੇ ਸ਼ਹਿਰ 'ਚ ਮੰਦਰ ਕਿੰਨੇ ਨੇ ਸਿਆਲਕੋਟ 'ਚ? ਚਾਚੀ ਨੇ ਕਿਹਾ, ਉਹਨੇ ਕਿਹਾ ਪਹਿਲਾਂ ਤੇ ਸਾਨੂੰ ਗਨਾਏ ਨੇ ਉਹਨੇ 4-5। ਫਿਰ ਉਹਨੇ ਕਿਹਾ ਜਿਹੜੇ ਰੰਗਪੁਰੇ ਵਾਲਾ ਸੀ ਨਾ, ਇਹ ਜਦੋਂ ਬਾਬਰੀ ਮਸਜਿਦ ਉਹਨਾਂ ਸ਼ਹੀਦ ਕੀਤੀ ਹੈ ਨਾ ਇੰਡੀਆ ਵਾਲਿਆਂ, ਤੇ ਉਦੋਂ ਇਹਨਾਂ ਜਿਹੜਾ ਨਾ ਇੱਕ ਮੰਦਰ ਨੂੰ, ਜ਼ਾਹਿਰ ਹੈ ਉਦੋਂ ਫਿਰ ਗੁੱਸੇ 'ਚ ਆਉਂਦੀ ਹੈ ਆਵਾਮ, ਤੇ ਇਹ ਇੱਕ ਮੰਦਰ ਜਿਹੜਾ ਨਾ ਉਹਦੀ ਇੱਕ ਕੰਧ ਢਾਹੜੀ ਸੀ। ਕੱਚੀ ਸੀ ਕੰਧ ਵੀ, ਉਹ ਜ਼ਿਆਦਾ ਮਜ਼ਬੂਤ ਨਹੀਂ ਸੀ। ਤੇ ਚਾਚੀ ਆਂਦੇ ਨੇ ਫਿਰ ਹਕੂਮਤ ਨੂੰ ਲੱਗਾ ਪਤਾ, ਹਕੂਮਤ ਨੇ ਉਹਦੀ ਜਗ੍ਹਾ ਪੂਰਾ ਮੰਦਰ ਜਿਹੜਾ ਨਾ ਉਹ ਨਵਾਂ ਬਣਾ ਕੇ ਦਿੱਤਾ ਹੈ। ਤੇ ਲਿਹਾਜ਼ਾ ਅਸੀਂ ਉਹ ਵੀ ਵਹਾਉਂਦੇ ਰਵਾਂਗੇ ਨਾਲੋਂ ਨਾਲ ਇਹੋ ਜਿਹੀਆਂ ਚੀਜ਼ਾਂ ਵੀ। ਤੇ ਜਿਹੜਾ ਇਹ ਬਕਵਾਸ ਕਰਦਾ ਨਾ ਕਿ ਜੀ ਇੱਥੇ ਇੰਜ ਤੇ ਉੱਥੇ ਉਂਝ ਹੁੰਦਾ, ਸਖਤੀ ਹੁੰਦੀ ਹੈ, ਹੁਣ ਅੱਗੋਂ ਤੁਹਾਨੂੰ ਮੈਂ ਤਸਵੀਰਾਂ ਵਿਖਾਉਣਾ ਪਿਆ, ਤੁਸੀਂ ਚੈੱਕ ਕਰਦੇ ਜਾਇਓ।
ਕੁਝ ਹੋਲੀ ਦੀਆਂ ਨੇ, ਕੁਝ ਮੰਦਰਾਂ ਦੀਆਂ ਨੇ। ਤੇ ਗੁਰਦੁਆਰੇ ਤੇ ਖੈਰ ਉਹ ਓਪਨਲੀ ਨੇ ਨਾ, ਉਹ ਤੇ ਸਾਰਿਆਂ ਨੂੰ ਪਤਾ ਓਪਨ ਨੇ। ਕੁਝ ਮੰਦਰਾਂ ਦੀਆਂ ਨੇ। ਤੇ ਬਕੌਲ ਇਸ ਖਬੀਸ ਆਦਮੀ ਦੇ ਕਿ ਜੇ ਪਾਕਿਸਤਾਨ 'ਚ ਅਕਲੀਤਾਂ ਆਜ਼ਾਦ ਨਹੀਂ, 1500 ਸਾਲ ਪੁਰਾਣਾ ਮੰਦਰ ਕਰਾਚੀ ਦੇ ਵਿੱਚ, ਜਿੱਥੇ ਹਜੇ ਵੀ ਹਿੰਦੂ ਆਪਣੀ ਇਬਾਦਤ ਪੂਜਾ ਕਰਦੇ ਨੇ। ਸਹੀ ਹੈ। ਸਿੰਧ ਦਾ ਮਿੱਠੀ ਸ਼ਹਿਰ ਹੈ, ਜਿਹੜੀ ਮਿੱਠੀ ਸ਼ਹਿਰ ਦੀ ਆਬਾਦੀ ਹੈ ਉਹ ਹਾਫ ਆਬਾਦੀ ਹਿੰਦੂ ਹੈ ਤੇ ਹਾਫ ਮੁਸਲਮਾਨ ਹੈ। ਉਸ ਆਬਾਦੀ ਦਾ ਆਪਸ ਦੇ ਵਿੱਚ ਇਤਫਾਕ ਇਹ ਵੇ ਕਿ ਹਿੰਦੂ ਉੱਥੇ ਝਟਕਾ ਨਹੀਂ ਕਰਦੇ ਤੇ ਮੁਸਲਮਾਨ ਉਸ ਪੂਰੇ ਸ਼ਹਿਰ ਦੇ ਅੰਦਰ ਗਾਂ ਦਾ ਗੋਸ਼ਤ ਨਹੀਂ ਕਰਦੇ। ਸਹੀ ਹੈ। ਇੱਥੋਂ ਤੀਕਰ ਇਤਫਾਕ ਹੈ। ਜੇ ਇਹੋ ਜਿਹੇ ਬਗੈਰਦਾਂ ਦੇ, ਗੱਦਾਰਾਂ ਦੇ ਗੱਲ ਦੇ ਉੱਤੇ ਬੰਦਾ ਆਵੇ ਤੇ ਫਿਰ ਉਹ ਕਿਉਂ ਹੋਵੇ ਜੀ? ਇਹ ਬਕਵਾਸ ਕਰਦਾ। ਹੁਣ ਤਸਵੀਰਾਂ ਮੈਂ ਤੁਹਾਨੂੰ ਨਾਲ ਨਾਲ ਵਿਖਾਉਂਦਾ ਜਾਣਾ ਪਿਆ, ਇਹ ਵੇਖੀ ਜਾਇਓ। ਇਹ ਤੁਹਾਨੂੰ ਗਨਾਨਾ, ਇਹ ਸਿਆਲਕੋਟ ਦੀਆਂ ਹੋਲੀ ਦੀਆਂ ਜਿਹੜੀਆਂ ਨੇ, ਸਿਆਲਕੋਟ ਦੀਆਂ, ਕਰਾਚੀ ਦੀਆਂ, ਮਿੱਠੀ ਸ਼ਹਿਰ ਦੀਆਂ, ਹੈਦਰਾਬਾਦ ਦੀਆਂ, ਅੰਦਰੂਨੇ ਸਿੰਧ ਦੀਆਂ, ਤੇ ਰਾਵਲਪਿੰਡੀ ਦੀ ਵੀ ਇੱਕ ਦੋ ਤਸਵੀਰ ਵਿੱਚ ਹੈ। ਤਕਰੀਬਨ ਪਾਕਿਸਤਾਨ ਦਾ ਕੋਈ ਸ਼ਹਿਰ ਨਹੀਂ ਜਿੱਥੇ ਹਿੰਦੂ ਆਬਾਦੀ ਨਹੀਂ। ਔਰ ਕੁਝ ਲੋਕਾਂ ਨੂੰ ਇਹ ਵੀ ਸ਼ਿਕਾਇਤ ਹੁੰਦੀ ਹੈ ਜੀ, ਪਾਕਿਸਤਾਨ ਵਾਲੇ ਜਿਹੜੇ ਨੇ ਇਹਨਾਂ ਜੀ, ਉਹ ਜਿਹੜੇ ਸਾਡੇ ਹਿੰਦੂਆਂ ਦੇ ਨਾਂ ਸਨ, ਉਹ ਜੀ ਉਹਨਾਂ ਨਾਵਾਂ ਦੇ ਪਿੰਡ ਜਿਹੜੇ ਸਨ ਉਹ ਖਤਮ ਕਰ ਦਿੱਤੇ, ਉਹਨਾਂ ਦੇ ਨਾਂ ਬਦਲ ਛੜੇ, ਇੰਜ ਕਰ ਛੜਿਆ। ਕੋਲ ਬਹਿ ਕੇ ਆਪਣੇ ਨਾ ਆਖੋ, ਆਪਣੇ ਘਰ ਬਹਿ ਕੇ ਇਹ ਗੱਲ ਨਾ ਆਖੋ। ਕੁਝ ਨਹੀਂ ਜੇ ਬਦਲਿਆ। ਗੋਪਾਲਪੁਰ ਦਾ ਨਾਂ ਗੋਪਾਲਪੁਰ ਹੈ, ਦੀਪਾਲਪੁਰ ਦਾ ਨਾਂ ਦੀਪਾਲਪੁਰ ਹੈ। ਸਹੀ ਹੈ। ਰਾਏਪੁਰ ਦਾ ਨਾਂ ਰਾਏਪੁਰ ਹੈ, ਗੋਪਾਲਪੁਰ ਦਾ ਨਾਂ ਗੋਪਾਲਪੁਰ, ਉਹ ਤੇ ਪਹਿਲਾਂ ਵੀ ਆਖ ਚੁੱਕਿਆ। ਸਹੀ ਹੈ। ਸਿੰਘਾਂ ਦੇ ਨਾਂ ਦੇ ਜਿਹੜੇ ਪਿੰਡ ਹਨ, ਕਿਲ੍ਹਾ ਦੀਦਾਰ ਸਿੰਘ, ਕਿਲ੍ਹਾ ਹਰਨਾਮ ਸਿੰਘ, ਕਿਲ੍ਹਾ ਸੋਭਾ ਸਿੰਘ। ਸਹੀ ਹੈ। ਉਸ ਕਿਲ੍ਹਾ ਹਰਚੰਦ ਸਿੰਘ, ਇਹ ਸਾਰੇ ਉਹਨਾਂ ਨਾਵਾਂ ਦੇ ਨੇ। ਟੋਬਾ ਟੇਕ ਸਿੰਘ ਹਾਲੀ ਵੀ ਉਸੇ ਨਾਂ ਤੇ ਵੇ। ਸਹੀ ਹੈ। ਤੇ ਜੇ ਅਸਾਂ ਬਦਲਣਾ ਹੁੰਦਾ ਤੇ ਤੁਹਾਨੂੰ ਤੇ ਇੰਡੀਆ ਵਾਲਿਓ ਤੁਸੀਂ ਬੜੇ ਪੋਲੇ ਮੂੰਹ ਨਾਲ ਆਖ ਛੱਡਦੇ ਹੋ, ਇਹਨਾਂ ਬਦਲ ਛੜਿਆ। ਤੁਸੀਂ ਮੈਨੂੰ ਇਹ ਦੱਸੋ, ਤੁਹਾਡੇ ਤੇ ਇੰਡੀਆ ਦੇ ਵਿੱਚ ਕਈ ਹਿੰਦੂਆਂ ਬੈਠਿਆਂ ਨੂੰ ਵੀ ਨਹੀਂ ਪਤਾ ਮਹਾਭਾਰਤ ਕਿੱਥੋਂ ਸ਼ੁਰੂ ਹੋਈ ਥੀ? ਕਟਾਸ ਰਾਜ ਚਕਵਾਲ ਦੇ ਕੋਲ ਆਉਂਦਾ। ਕਟਾਸ ਰਾਜ ਦਾ ਨਾਂ ਅੱਜ ਵੀ ਕਟਾਸ ਰਾਜ। ਗੂਗਲ ਦੇ ਵਿੱਚ ਮਾਰੋਗੇ ਨਾ, ਬਾਕੀ ਪੂਰੇ ਪਾਕਿਸਤਾਨ ਦੀ ਚੰਦ ਇੱਕ ਚੀਜ਼ਾਂ ਸ਼ੋਅ ਹੁੰਦੀਆਂ ਨੇ, ਜਿਹੜੀਆਂ ਜਿਸ ਤਰ੍ਹਾਂ GPS ਓਰੀਜਨਲ ਸ਼ੋਅ ਹੁੰਦਾ, ਸਿਰਫ ਬਾਕੀ ਮੈਪ ਹੀ ਲੱਭਦਾ। ਤੁਸੀਂ ਕਟਾਸ ਰਾਜ ਨੂੰ ਜਾ ਕੇ ਦੇਖੋ, ਤੁਸੀਂ ਉਹਦੀ ਇੱਕ ਇੱਕ ਦੀਵਾਰ ਦੇਖ ਸਕਦੇ ਹੋ। ਤੇ ਕਟਾਸ ਰਾਜ ਉਹ ਜਗ੍ਹਾ ਹੈ ਕਿ ਜਿੱਥੇ ਮਹਾਭਾਰਤ ਹੋਈ ਸੀ, ਮਹਾਭਾਰਤ ਯੁੱਧ ਹੋਇਆ ਸੀ ਤੁਹਾਡਾ। ਤੁਸੀਂ ਕੀ ਸਰਾਂਦੇ ਹੋ ਜੀ ਉੱਥੇ ਮੰਦਰ ਢਾਹੜੇ ਸਾਡੇ ਤੇ ਇੰਜ ਕਰ ਛੜਿਆ। ਇੱਥੇ ਉਹ ਹਿਸਾਬ ਨਹੀਂ। ਮੀਡੀਆ ਜਿਹੜਾ ਤੁਹਾਡਾ ਉਹ ਬਕਵਾਸ ਕਰਦਾ। ਦੋਵਾਂ ਮੁਲਕ ਦਾ ਮੀਡੀਆ ਜਿਹੜਾ ਨਾ ਉਹ ਬਕਵਾਸ ਕਰਦਾ। ਸੋਸ਼ਲ ਮੀਡੀਆ ਦੇ ਉੱਤੇ ਜਾਵੋ, ਸੋਸ਼ਲ ਮੀਡੀਆ ਤੋਂ ਕੀ ਨਜ਼ਰ ਆਉਂਦਾ ਤੁਹਾਨੂੰ? ਸਹੀ ਹੈ। ਬਾਕੀ ਇਨਸ਼ਾਅੱਲਾ ਕੁਝ ਦੇਰ ਕੱਢ ਕੇ ਤੇ ਚਾਚੀ ਮੇਰੇ ਜਿਹੜੇ ਨੇ ਪਹਿਲਾਂ ਤੇ ਉਹ ਬਾਹਰ ਸਨ ਤੇ ਹੁਣ ਆਏ ਨੇ ਪਾਕਿਸਤਾਨ, ਤੇ ਇਨਸ਼ਾਅੱਲਾ ਹੁਣ ਜਿਹੜਾ ਨਾ ਉਹ ਅੱਲਾ ਕੀਤਾ ਤੇ ਉਹਨਾਂ ਨੂੰ ਨਾਲ ਖੜ ਕੇ ਨਾਲ ਮੰਦਰ ਵਹਾਵਾਂਗੇ, ਨਾਲ ਵੀਡੀਓ ਬਣਾ ਕੇ ਉਹ ਤੁਹਾਨੂੰ ਜਨਾਬ ਵਹਾਉਂਦੇ ਜਾਵਾਂਗੇ। ਸਹੀ ਹੈ। ਤੇ ਅੱਗੂ ਜੋ ਰੱਬ ਕਰੇ ਤੇ ਉਹ ਜੂ ਹੀ ਤੁਹਾਨੂੰ ਵਹਾਵਾਂਗੇ, ਫਿਰ ਆਸਤਾ ਆਸਤਾ ਵਹਾਉਂਦੇ ਰਵਾਂਗੇ। ਇਹ ਹੋਲੀ ਦੀਆਂ ਜਿਹੜੀਆਂ ਤਸਵੀਰਾਂ ਵਹਾ ਰਹੇ ਆ ਨਾ, ਯਕੀਨ ਕਰੋ ਓਰੀਜਨਲ। ਬੇਸ਼ੱਕ ਇਹਨਾਂ ਨੂੰ ਗੂਗਲ 'ਚੋਂ ਜਾ ਕੇ ਕੱਢ ਲਵੋ, ਜਦੋਂ ਮਾਰੋਗੇ ਨਾ ਹੋਲੀ ਸੈਲੀਬ੍ਰੇਟ ਇਨ ਪਾਕਿਸਤਾਨ, ਤੇ ਇਹ ਸਾਰੀਆਂ ਤਸਵੀਰਾਂ ਤੁਹਾਨੂੰ ਉਹਦੇ 'ਚ ਨਜ਼ਰ ਆਉਣਗੀਆਂ। ਉੱਤੇ ਲਿਖਿਆ ਹੋਏਗਾ ਕਿਹੜੀ ਕਿਹੜੀ ਜਗ੍ਹਾ ਦੀ ਹੈ। ਇਹ ਨਾ ਆਖਿਓ ਕਿ ਹੋਰੇ ਝੂਠ ਬੋਲਦਾ, ਪੱਕਾ ਸਬੂਤ ਦੇ ਸਕਣਾ ਮੈਂ ਇਹਦਾ ਕਿ ਇਹ ਤਸਵੀਰਾਂ ਪਾਕਿਸਤਾਨ ਦੀਆਂ ਨੇ। ਸਹੀ ਹੈ।
ਸਾਡੇ ਸਿਆਲਕੋਟ ਸ਼ਹਿਰ ਦੇ ਵਿੱਚ, खासकर सिटी दे सियालकोट सिटी दे अंदर जितने भी पकोड़े वाले हैं सब हिंदू ने। पूरे सियालकोट ਨੂੰ पता है हिंदू ने, लेकिन वो हिंदी में बताता हूँ, इधर भेदभाव नहीं है आपकी तरह। वो हिंदुओं से हर मुसलमान जाके खाता है। अगर वो नहीं है तो शाकर पाक एक यूट्यूब चैनल है, उस पे जाके आप देख लो, उसने वीडियो अपलोड की हुई है। तो उधर एक मौलवी साहब पकोड़े खा रहे हैं, तो वो उनको बोलते हैं कि भाई आपको पता है कि ये हिंदू की दुकान है? वो बोलता भाई मुझे पता है, तो मैं इसलिए आता हूँ इधर और हर बार आता हूँ। तो फिर आप लोग कैसे कह सकते हैं यार कि ये पाकिस्तान में भेदभाव है? भाई वो ज़माना गया जब था, सही है। और इधर हिंदू भी हैं, सिख भी हैं, क्रिश्चियन भी हैं, हर मज़हब है इधर। पारसी भी हैं, पारसी कराची में है अभी, तो बहुत कम फैमिली हैं, वो कुछ ज़्यादा ईरान की तरफ निकल गई हैं और कुछ बाहर की तरफ निकल गई हैं ऐसा ही, लेकिन वो मौजूद हैं अभी पाकिस्तान में, ये नहीं है कि नहीं है। और बाकी तो अल्हम्दुलिल्लाह हमारी अक़लीतें भाई अच्छी हैं, हम भी उनके साथ अच्छे हैं। इधर कोई उधर की तरह भेदभाव नहीं होता, ना कभी उनको कोई मारने पे तुला। वो उनको कोई हाथ भी लगाए तो सबसे पहले आगे मुसलमान ही खड़े होते हैं, किसी भी वो। हाँ, एक अक़लियत मैं मानता हूँ वो बकवास करती है, वो पता क्यों करती है? वो अक़लियत है कादियानी। कादियानी क्यों बकवास करते हैं? क्यों कि पहले नंबर पे वो अपने आप को मुसलमान कहते हैं, हालांकि उनका इस्लाम के साथ कोई ताल्लुक ही नहीं है। क्यों कि कोई किसी भी धर्म की कोई किताब आई है, अगर उसको उसने चेंज किया तो वो समझो कि वो उस धर्म का बंदा नहीं है। सबसे पहले उन लोगों ने कुरान के तर्जमे में फ़र्क डाला। उसके बाद जो खंजीर का बच्चा था इनका, मिर्ज़ा गुलाम अहमद कादियानी, इंडिया कादियान, गुरदासपुर कादियान के अंदर वो पैदा हुआ। उसकी माँ का नाम था घसीटी, और उसके अब्बे को भी नहीं पता था कि मेरी घसीटी अब किस किस ने है घसीटी। तो उसके बाद ये खंजीर का बच्चा पैदा हुआ, मिर्ज़ा गुलाम अहमद कादियानी। तो इसने पहले तो मुजद्दिद का दावा किया, फिर इसने हज़रत ईसा अलैहिस्सलाम को उनकी वफ़ात साबित करने की कोशिश की, तो वो तो नहीं हो सकी। कभी ये बोलता था कि उसकी बिलादे शाम में है कब्र, कभी कहीं भी है, कभी सीरिया में है, तो कभी टर्की में है, तो कभी बोलता था कश्मीर में है, कभी जम्मू में है। तो वो बहरहाल कश्मीर में इसने कब्र उनकी बना ली, हालांकि वो जो कब्र है वो किसी और की है। वो यूज़ आसफ नाम का कोई एक शहजादा था, किसी बादशाह की औलाद था। तो ये खंजीर का बच्चा बोलता है जी ये ईसा अलैहिस्सलाम की कब्र है। बाकी कश्मीर के लोग नहीं मानते, सिर्फ ये चंद मरज़ई लोग हैं जो मानते हैं कि ये हज़रत ईसा अलैहिस्सलाम की कब्र है। हालांकि हमारा अल्हम्दुलिल्लाह हमारा कुरान फरमाता है कि हज़रत ईसा अलैहिस्सलाम आसमानों पर ज़िंदा हैं। और ये इनसे बात करो तो ये खंजीर के बच्चे पता क्या बकवास करते हैं? बोलते हैं जी अगर वो उधर थे, तो अगर वो आसमानों पे हैं तो वो जब आएंगे या नबी होंगे कि नहीं होंगे? वो खंजीर के बच्चे हज़रत ईसा अलैहिस्सलाम रूह अल्लाह थे। वो जब अपनी रूह वापस लेके गए, अल्लाह पाक आसमान पे लेके गए हैं, तो वही रूह वापस आएगी। उनकी मौत वाकया नहीं हुई है, ना कुरान से साबित है। कुरान में साफ साफ लिखा है कि हज़रत ईसा अलैहिस्सलाम को हमने अपनी तरफ बुला लिया, और कुर्बे क़यामत यानी कि क़यामत के नज़दीक जब क़यामत आने वाली होगी, जब इंडिया वालों को भी समझ आए, जब समझ लो कि एंड एंड ऑफ वर्ल्ड होगा ना, एंड डे ऑफ वर्ल्ड,
جب یعنی کہ انڈیا وہ پوری دنیا کا آخری دن ہوگا تو اس سے کچھ دیر پہلے وہ واپس آئیں گے. تو اس ہمارا ایمان اس پہ ہے، قرآن یہی ہمیں کہتا ہے. تو یہ جو مرزئی لوگ ہیں خنزیر کے بچے، ان لوگوں نے ان کی قبر بنا دی ہے. اور نبی یہ مانتے ہیں مرزا غلام محمد قادیانی کو کہ حرکتیں اس کی کیا تھیں کہ بچپن میں اس کو کوئی انگلیاں دیتا تھا، جب وہ تھوڑا بڑا ہوا تو وہ دوسروں کو انگلیاں دینا شروع ہو گیا، اپنے دوستوں کو. تو پھر اس کو خود کو بھی ایک علت تھی، وہ یہ کہ اس کے بیٹے نے اس کی کتابوں میں لکھا ہوا، اور اس کے دوست ایک نے اس کی کتابوں میں اپنی میں لکھا ہوا ہے کہ مرزا صاحب کو یہ حرکتیں تھیں کہ جب ان کا وہ دوست جو ہے نا وہ نماز پڑھ رہا ہوتا تھا تو یہ پیچھے سے جا کے ان کو انگلیاں دیتا تھا، نماز بھی نہیں پڑھنے دیتا تھا ان کو. تو وہ سارے نمازی تنگ پڑ جاتے تھے اس مرزے سے. تو ذہنی توازن اس خنزیر کے بچے کا ٹھیک نہیں تھا. تو مرزائیوں کے ساتھ اگر ہم لوگ دھرم پہ آ کے، اپنے مذہب پہ آ کے بحث کریں تو ہم لوگ تو ظاہر ہے پھر یہ سوچتے ہیں کہ یار یہ اس کو نبی مانتے ہیں، تو پہلے ان کے نبی کی اوقات تو دیکھنی چاہیے. کوئی بھی آیا اوتار آیا، انڈیا والوں اوتار آیا کوئی بھی، تو وہ اتنا وہ اس کا اخلاق صحیح ہوتا ہے، اس کی حرکتیں صحیح ہوتی ہیں، وہ مرزے کی طرح چور نہیں ہوتا. اوتار جو آتا ہے وہ مرزے کی طرح جھوٹا نہیں ہوتا، وہ مرزے کی طرح مکار نہیں ہوتا، اور نہ اس کا کوئی دنیا میں استاد ہوتا ہے. جو نبی آتا ہے اس کا استاد خدا ہوتا ہے. حضرت عیسیٰ علیہ السلام تھے تو وہ ماں کی گود میں بولے تھے کہ میں حرام کا نہیں، میں روح اللہ ہوں، اور مجھے نبی بنا کے بھیجا گیا. الحمدللہ. تو انہوں نے اپنی ماں کی پاک دامنی کی خود گواہی دی تھی. اور اس کی یہ جو ہے خنزیر کا بچہ مرزا قادیانی، اس کی ماں کا نام تھا گسیٹی. وہ اس کے ابے کو بھی نہیں پتا تھا وہ کس کی گسیٹی، کس نے ہے گسیٹی. تو وہ گسیٹی کی جب گسیٹی لگتی رہی تو اس کے بعد یہ خنزیر کا بچہ مرزا غلام احمد قادیانی پیدا ہوا. تو یہ کچھ چند جہل لوگ اس کو مانتے ہیں نبی، جو ہم ان کو جب سمجھانے لگتے ہیں تو وہ بولتے ہیں جی قرآن حدیث پہ آؤ. ابے قرآن حدیث کا الو کے پٹھو تمہارا تعلق کیا؟ تم خنزیر کے بچے چور کو، مکار کو، جو حرام کی موت مرا تھا، کتے کی موت مرا، خنزیر حرام زادہ جس کے منہ سے بھی گلادس نکلتی تھی اور پیچھے سے بھی، تو تم اس کو مانتے ہو نبی. تو اس کی حرکتیں پہلے الو کے پٹھوں سیدھی کرو جا کے اس کی کتابوں سے. تم اس کی کتابیں پڑھو، وہ تو خود بولتا ہے کہ جو میری کتابیں 3 بار نہیں پڑھتا مجھے اس کے ایمان پہ شک ہے. تو خنزیر کے بچوں، پہلے تم اس کی کتابیں پڑھو، اس خنزیر کے بچے کی. صحیح ہے؟ پھر جا کے اس کو نبی تسلیم کرنا. تو جب امید ہے کہ جب تم لوگ اس خنزیر کے بچے کی کتابیں پڑھو گے تو تم الحمدللہ اس کنجر کے بچے پہ ہزاروں کیا کروڑوں لانتے بھیج کے، جوتے مار کے اس بغیرت کے اوپر، تو انشاءاللہ تم لوگ کلمہ پڑھو گے. تو لہذا وہ خود بولتا کہ میری کتابیں پڑھو، حالانکہ یہ مرزئی نہیں پڑھتے. تو جب بھی ان کا جو اس کو نبی مانتے ہیں یہ کھوتی کے بچے، ان کی کتروتیں دکھانے لگے تو وہ بولتے ہیں نہیں جی وہ تو ہم نے پڑھی ہوئی ہیں. جب پڑھی ہیں، ابے پڑھی ہوتی الو کے پٹھو، تم انسان بنے ہوتے، تم مسلمان ہوتے، تم مرزائی نہیں ہوتے، تم اسے غزازت میں مرے ہوئے کو نبی نہ مانتے، تم اس جھوٹے کو نبی نہ مانتے، اس لانتی کو نبی نہ مانتے. اس نے جس کے ساتھ بھی مناظرہ کیا حرامی خود بھاگ گیا، اور جانے کے ٹائم کیا بول کے گیا؟ جو جھوٹا ہوگا وہ پہلے مر جائے گا، جو فلاں ہوگا نہیں، جو جھوٹا ہوگا وہ اتنی دیر میں مرے گا. جب اگلا نہیں مرتا، اس کے گھر کے سامنے آ کے وہ ڈھول بجاتا ہے کہ تو نے بولا تھا مر جائے گا تو میں تو زندہ ہوں. تو پھر یہ حرامی اندر چھپ کے بیٹھ جاتا تھا، تو وہ اگلا واپس چلا جاتا تھا.
پھر قدرتی طور پہ جب اس کی موت ہوتی کچھ 8 سال بعد، 7 سال بعد، 8 سال بعد، 10 سال بعد، تو پھر یہ مرزائیوں کا جو اللہ معافی دے، مرزائیوں نے جو جس کو نبی مانتے ہیں، وہ خنزیر کا بچہ کیا بولتا تھا؟ ہاں دیکھو میں نے بولا تھا جو جھوٹا ہوگا وہ پہلے مرے گا، بے خنزیر کے بچے، تیری حرکتیں ہی صحیح نہیں تھی۔ اس حرام زادے کا ایک دوست اس کے گھر پہ آ کے سویا، تو وہ دوست بولتا ہے، اس نے لکھا اپنی کتاب میں، اس دوست اس کے نے، اس نے بولا جی میں تو جو ہے وہ رات کو سویا ہوں، مجھے ڈر لگنا شروع ہو گیا، تو جب میں نے دیکھا تو مرزا صاحب جو ہے میری چارپائی کے نیچے ہے، تو یہ حرامی اس کو انگلیاں کرا رہا تھا، مرزا غلام محمد قادیانی، وہ بیچارہ اٹھ کے بیٹھ گیا ڈر کے مارے۔ جب اس نے دیکھا تو اس نے پوچھا ہے یہ مرزا صاحب چارپائی کے نیچے کیا کر رہے ہیں؟ تو وہ اس کو پوچھا تو وہ بولتا میں تو اس لیے ادھر آیا ہوں تجھے ڈر نہ لگے، ابے الو کے پٹھے اپنی بس بستر پہ جا کے سو، خنزیر کے بچے ہیں۔ اور اس نے حضرت عیسیٰ علیہ پھر اس نے نبوت کا بھی دعویٰ کیا، خنزیر کے بچے کو شرم نہیں آئی؟ اپنی حرکتیں، ذہنی توازن اس حرامی کا درست نہیں تھا؟ اور جب جو حرکتیں سچی مرزا کے بارے میں کسی بندے نے لکھی ہیں، وہ اس کے بارے میں یہ مرزائی حرام زادے کیا بولتے ہیں، وہ جی اس کا دماغ صحیح نہیں تھا۔ ابے الو کے پٹھو، کتیو، اپنی کتابیں پڑھو تمہیں پتہ لگے، وہ مرزائیو، یہ تمہارا مرزا انسان کا بچہ نہیں تھا، یہ تو حرامی شیطان تھا، شیطان۔ اس کی کتابیں پڑھو، اس کے اندر سے بہت گند ملے گا تم لوگوں کو۔ جدھر نعوذ باللہ اس نے صحابہ کرام تک کو نہیں بخشا، ان کو گالیاں دی، نبی پاک صلی اللہ علیہ وسلم کو بھی انہوں نے، اس خنزیر کے بچے نے برا بلا کہا، نعوذ باللہ اللہ پاک کو بھی اس نے برا بلا کہا، اس خنزیر کے بچے نے حضرت عیسیٰ علیہ السلام کو بھی برا بلا کہا، حالانکہ اس خنزیر نے اپنی کتاب میں لکھا ہے عیسیٰ علیہ السلام کی دادی نعوذ باللہ بدکار عورت تھی۔ اس خنزیر کے بچے کو اتنی عقل نہیں تھی کہ وہ جو بن باپ کے بیٹے پیدا ہوئے ہیں، جن کو خدا نے اتارا ہے بغیر باپ کے، اولو کے پٹھے ان کی دادی کدھر سے آ گئی؟ لیکن مرزائی اس کی کتابیں نہیں پڑھتے، ایسے الو کے پٹھے ہیں، ایسے یہ جاہل ہیں، ان کے مربی بھی، جب ان سے کچھ ایسی بات ان کے سامنے لے کے آؤ تو یہ الو کے پٹھے بولتے ہیں ہم مرزے کو بھی نہیں مانتے۔ ابے حرامیوں، اس کو نبی مانتے ہو، الو کے پٹھوں، جب اس نے اپنی کتابوں میں جو گند لکھا ہے خنزیر کے بچوں اس کو بھی مانو۔ وہ انسان بنو الو کے پٹھوں، اس کی کتابیں پڑھو، خدا کی قسم تم اس پہ لعنت بھیج کے مسلمان نہیں ہوئے تو مجھے قتل کر دینا۔ وہ خنزیر کے بچو، وہ کوئی اچھا کام کرو، برا کام نہ کرو، انسان بنو انسان۔ کتے کی موت مرو گے ورنہ تم لوگ کتے کی موت، تم جیسوں کو موت بھی۔ ہاں ایک بات اور، میں نے اپنی زندگی میں جتنے مرضی مرتے دیکھے ہیں، پہلے نمبر پہ ان کو مرگی کا دورہ پڑتا ہے، جس کو مرگی کا دورہ نہیں پڑتا اس کو فالجے کا اٹیک ہوتا ہے۔ صحیح سلامت یہ مرتا ہوا کبھی مرضی آپ کو نظر نہیں آئے گا۔ ذہنی توازن ان کا بہت جلدی خراب ہو جاتا ہے الو کے پٹھوں کا۔ ظاہر ہے جن کا، جس خنزیر کے بچے کو یہ نبی مانتے ہیں، جب وہی اتنا گستاخ تھا تو پھر اس کی امت بھی تو اسی کے نقش قدم پہ چلے گی نا۔ وہ بھی گستاخ تھا، مرزا خود پاگل تھا، مرزا کو خود کو ہیضے کی وبا سے مرا تھا خنزیر کا بچہ۔ تو دیکھو پاکستان بنا تھا پاکستان، پاک زمین نے بھی اس مرزے خنزیر کے مردے کو بھی قبول نہیں کیا، ان مردیوں نے اس کو لے جا کے انڈیا میں دفن کیا، اور جب لاہور اسٹیشن میں آئے تو عوام نے پھر اوپر سے جو کچرا مرزے پہ پھینکا، اس کی لاش لے کے انڈیا گئے، انہوں نے انڈیا جا کے گرداسپور میں اس خنزیر کی لاش جو ہے وہ دفنائی شیطان کی۔
وہ شیطان کا ذہنی توازن صحیح نہیں تھا، وہ حیض کی وبا سے مرا، وہ الو کا پٹھا کبھی کوئی بات کرتا تھا کبھی کوئی بات کرتا تھا، نبوت کا دعویٰ بھی کر رہا ہے، اور اللہ معافی دے آج تک کسی نبی نے کبھی جھوٹ نہیں بولا یا دوگلی بات نہیں کی۔ اور مرزا اپنی کتابوں میں کبھی کچھ لکھتا ہے اور بولتا ہے فلاں کتاب میں میں نے غلطی سے وہ فلاں بات کا مطلب یہ لکھ دیا تھا، تو اس سے میرا وہ مطلب نہیں، یہ پڑھا جائے۔ تو اس کی باتوں میں تعداد جب مرزائیوں سے بات کی جائے تو وہ اتنے خود غرض ہے، مرزائی حرام خور، وہ بولتے ہیں مرزے کو بھی ہم نہیں مانتے۔ ابے الو کے پٹھو، جب اس خنزیر کے بچے کو نبی مانتے ہو تو اس کی باتیں بھی مانو، اگر نہیں مانتے سیدھی طرح کلمہ پڑھو، مسلمان ہو جاؤ۔ خنزیر کے بچو، تم لوگوں کو عقل موت کچھ نہیں ہے، جان خدا کو دینی ہے، خدا کے حضور جا کے کیا جواب دو گے؟ جب تم مرو گے قبر بھی تمہاری اندھیری ہوگی، کیڑے پڑیں گے، حرام کھورو، تم کو سانپ اور بچھو کھائیں گے۔ صحیح ہے؟ تو اس سے بہتر یہی ہے کہ صدر کے سیدھے رستے پہ آ جاؤ، کلمہ پڑھو اور مسلمان ہو جاؤ۔ اور جو ان کو چھوڑتا ہے، ہاں یہ ایک مذہب نہیں ہے، یہ کوئی مذہب نہیں ہے قادیانی، یہ ایک کلٹ ہے۔ کلٹ سے مراد یہ مرزا غلام محمد قادیانی اپنی باپ کی پینشن لے کے بھاگ گیا، اتنا تو وہ سچا تھا، وہ بھاگ کے آ گیا سیالکوٹ۔ تو جب سیالکوٹ آیا آ کے ادھر اس نے خنزیر کے بچے نے وکالت شروع کر دی، اور وکالت کے کرنے کے بعد پھر اس کے حالات تھوڑے تنگ ہو گئے، جب وہ پرانے پیسے ختم ہو گئے تو اس نے ڈرامہ کیا رچایا کہ لوگوں کو بولا کہ میں 50 کتابیں لکھ رہا ہوں، مجھے خرچہ چاہیے۔ تو لوگوں نے بہت خرچہ دیا اس کو، کیونکہ ظاہرہ انہوں نے بولا بھائی خط کتابیں لکھ رہا ہے، شاید کوئی اچھی کتاب ہی لکھے۔ تو جب 50 کتابوں کا خرچہ دیا، ڈھیروں لاکھوں روپیہ حرام خور نے اکٹھا کیا، تو اس کے بعد یہ چپ کر کے بیٹھ گیا۔ لوگوں نے پھر شور ڈالا کہ مرزا صاحب آپ نے تو کتابوں کے پیسے لیے تھے، کتابیں کدھر ہیں جو آپ نے وہ لکھی ہیں؟ تو مرزا صاحب نے پھر جلدی سے اندر بیٹھ کے کہیں سے 4-5 اور رسالے چھوٹے چھوٹے نکالے، تو انہوں نے وہ دکھایا، اور پھر وہ جو لوگ تھے پیسے دینے والے، انہوں نے بولا مرزا صاحب آپ نے تو 50 کتابیں بولی تھیں، یہ کیا ہے؟ تو پھر خنزیر کا بچہ بولتا نہیں نہیں تم لوگوں کو غلطی لگی ہے، میں نے 50 نہیں، میں نے 5 بولی تھی اور وہ میں نے لکھ دی ہیں یہ۔ تو وہ کتابیں بھی نہیں تھی، وہ تھے رسالے۔ تو ایسی تو حرکتیں تھیں ان کی، خیر سے مرزا صاحب کی۔ تو جب مرزائیوں سے مرزا صاحب کی پرانی باتیں کرو تو یہ خنزیر کے بچے بولتے ہیں مرزے کو ہم نہیں مانتے۔ ابے الو کے پٹھو، جب مرزے کو نہیں مانتے سیدھی طرح کلمہ پڑھو، مسلمان ہو جاؤ۔ وہ نہیں ہو سکتے تو پھر جا کے مرزے کی ہی کتابیں پڑھو۔ تو میں قسم دیتا ہوں تم لوگ خود مرزے پر لانتے بھیج کے کلمہ پڑھو گے، ایسا ہو ہی نہیں سکتا کہ تم لوگ مرزے کی کتابیں پڑھو اور مرزے پر لانتے نہ بھیجو۔ یہ تو کسی کتاب میں بھی نہیں لکھا، وہ لڈن نقوی کا ڈائلاگ، یہ تو کسی کتاب میں بھی نہیں لکھا۔ یہ تو ہو ہی نہیں سکتا کہ تم لوگ مرزے کی کتابیں پڑھو اور تم لوگ کلمہ نہ پڑھو، مسلمان نہ ہو جاؤ۔ تو انسان کے بچے بنو۔ ہاں اس کے بعد پھر مرزے کے بیٹے نے سب سے بڑی سیانت کی، اس نے چندے لاگو کر دیے، کوئی حدام العلم دیا کا، کوئی نثار اللہ کا چندہ، کوئی چندہ عام، کوئی چندہ اجلاس، کوئی جلسہ سالانہ چندہ۔ ان حرام خوروں کے چندے ختم نہیں ہوتے، اور غریبوں سے لوٹتے ہیں یہ خنزیر۔ اور ہاں سب سے بڑی بات ہے ان کے خلیفے جو ہیں وہ بھی ڈرامے باز ہیں، کیونکہ خلیفے جو ہیں یہ بولتے ہیں جی رب کی طرف سے ہیں یہ خلیفے۔ ابے الو کے پٹھو،
ایک ہی خاندان آگے آ رہا ہے، تم لوگوں نے تو بادشاہ بنایا ہوا اس خنزیر کے بچوں کو ہیں، خدا کی طرف سے کدھر سے آ گئے؟ تو وہی خاندان تو مرزے کا خاندان ہی تو آگے چل رہا ہے، اور تو کسی کو تم آنے نہیں دیتے، جو آنے لگا تھا اس کو تم نے ویسے ہی وہ کرا اپنی جماعت سے باہر نکال دیا، وہ محمد علی لاہور والے کو ہیں، شرم تو تم کو آتی نہیں مگر بشرمو، تو ان کو تو ویسے تم نے نکال دیا، چندے اتنے کٹھے کرتے، اور دوسری بات یہ ہے کہ یہ اتنی حرام خور قوم ہے مرزائی، یہ کیا کرتے ہیں کہ میں نے دو تین اپنی آنکھوں سے واقعہ دیکھے ہیں۔ ایک جگہ پہ ایک بندے سے میں نے پوچھا، یار تیرے دروازے کے اوپر گولیاں کو کیسے نشان ہے، یہ نشان کیسے ہیں؟ وہ بولتا ہے میرے گھر پہ فائرنگ ہوئی ہے 2 بار۔ میں نے کہا وہ کیسے ہو گئے بھائی، تو کدھر تھا؟ تو وہ بولتا ہے میں بھی گھر میں نہیں تھا، میرے بچے بھی گھر میں نہیں تھے، میری بیوی گھر پہ تھی، تو کوئی گولیاں مار کے گیا یہ لوگ، تو بیوی اس کی کیوں گھر پہ تھی؟ کیونکہ وہ 4 پیسے اٹھ نہیں سکتی تھی، جس سمت میں گولیاں مروائی اس نے خود تھی کسی سے پیسے دے کے، کیا کچھ نہیں آج کل پاکستان میں ہوتا ہے۔ تو وہ ظاہر ہے پھر اس نے جو سمت بتانی تھی اس نے ادھر ہی مارنی تھی۔ تو میں نے پوچھا نقصان کیا ہوا تھا؟ وہ میری کار کا جو ہے نا بیک سائڈ کا شیشہ ٹوٹ گیا تھا۔ تو یہ ایسا ڈرامہ کیوں کراتے ہیں پتہ ہے؟ اپنے گھروں پہ گولیاں خود چلواتے ہیں وہ اس لیے تاکہ اس کی بناتے ہیں یہ ویڈیو یا تصویریں لیتے ہیں، وہ لا کے کسی ملک میں لیگل طریقے سے آ کے آگے کسی امور ملک میں آ کے ادھر اسائلم لیتے ہیں، ازیل کراتے ہیں، کرانے کے بعد یہ خنزیر کے بچے کیا بولتے ہیں، یہ وہ تصویریں اور ویڈیو دکھا کے وہ جی ہمارے ساتھ تو پاکستان میں بڑا ظلم ہوتا ہے، یہ ہوتا ہے وہ ہوتا ہے۔ حالانکہ پاکستان والوں باہر والوں یہ سن لو، یہ مرغیوں خنزیر کے بچوں کی سٹیٹ بنی ہوئی ہے ربوا، جس کو ہم لوگ چناب نگر بولتے ہیں، یہ ربوا بولتے ہیں، تو وہ ان کی سٹیٹ ہے، ادھر زمینیں ان کی ہیں، دکانیں ان کی ہیں، مکان ان کا ہے، وہ پورا شہر ہی ان کا ہے۔ تو ان سے پوچھنے والا یہ پوچھے خنزیر کو بچو، تم لوگ بولتے ہو کہ ہم لوگ ادھر بڑے تنگ ہیں، اگر تم تنگ ہو تو تم ایسے سٹیٹ کیسے بنا کے بیٹھے ہو؟ یہ صرف پاکستان، یہ پراپوگنڈا ہے ان کا، پاکستان کو بدنام کرو، اسائلم لو اور باہر کے ملکوں میں بیٹھ جاؤ۔ جنٹی پاکستان میں سب سے زیادہ یہی خنزیر لوگ کرتے ہیں۔ آپ کسی بھی ان کے قادیانی کو بولو میں نے باہر جانا، وہ بولے گا بھائی ہم بیت فارم دیتے ہیں، اس کو پر کر، تیرا آئی ڈی کارڈ بنواتے ہیں، تیرا پاسپورٹ بنواتے ہیں، تو چلا جائے گا۔ تو کچھ جاہل لوگ تو بیچارے آ جاتے ہیں جن کو پتہ ہی نہیں ہوتا کہ یہ بیت فارم کیا ہے، لیکن جو سمجھدار ہیں وہ ان کے چکر میں کبھی نہیں آتے بھائی۔ تو وہ پھر ایجنٹی بھی یہ خود کرتے ہیں، پوری دنیا کی ایجنٹی یہ کر رہے ہیں، اور اتنے یہ سکے بنتے ہیں، بولتے ہیں ہم جی سکے ہیں پاکستان کے آئین نے ہمیں کافر قرار دیا، کیوں دیا؟ ان خنزیر کے بچوں کو بندہ پوچھے، وہ خنزیرو وہ کھوتے ہو، وہ پہلا یہ تے ویکھو تہاڈا جڑا پیو بیٹھا ہے انگلینڈ دے وچ مرزا مسرور احمد، وہ جنہیں پاکستانوں جا کے چندے کٹھے کر دے خنزیر دے بچوں، کدی پاکستان واپس بھی لے آندا جی، اتھے جا کے آف شور کمپنی کھول کے بیٹھا ہے وہ بغیرت دا بچہ۔ تے اے بھولے پالے مرزیاں نوں پھر بھی عقل نہیں آؤندی، صحیح ہے، ایک کلٹ ہے یہ، باہر لے نے لیا کے اسالم کراندے نے، اسالم اگلے دا پاس کراندے نے، اگوں انہاں کو چندے لینے شروع کر دیندے نے، وہ بیچارہ اگلا انہا کماندا نہیں جنہ انہاں دے چندے پورے کری آوندا، وہ چندیاں تو ہی انہوں فکر نہیں آوندی، ہوش انہوں آوندی نہیں، مرزے دیاں کتاباں تے او کی خاک آوے، تے او جڑا پھر کوئی آ بھی جاندا نا مرزے دی کتاباں تے او تے انہاں تے لعنت بھیجدا،
ਇੱਕ ਬਜ਼ੁਰਗ ਸਨ ਲਾਹੌਰ ਦੇ, ਉਹਨਾਂ ਨੂੰ ਇਹ ਸਾਬੀ ਮੰਨਦੇ ਹਨ, ਮਿਰਜ਼ਾ ਗੁਲਾਮ ਅਹਿਮਦ ਕਾਦੀਆਨੀ ਦੇ। ਉਹਨਾਂ ਦਾ ਮਾਸ਼ਾਅੱਲਾ ਪੋਤਰਾ ਸੀ, ਉਹਦੀ ਥੋੜ੍ਹੀ ਜਿਹੀ ਅੱਖ ਖੁੱਲੀ, ਉਹਨੇ ਮਿਰਜ਼ੇ ਦੀਆਂ ਕਿਤਾਬਾਂ ਪੜ੍ਹਨੀਆਂ ਸ਼ੁਰੂ ਕੀਤੀਆਂ। ਇਰਫਾਨ ਅਹਿਮਦ ਬੁਰਾਕ, ਮੁਹੰਮਦ ਇਰਫਾਨ ਬੁਰਾਕ ਇੰਜ ਦਾ ਕੋਈ ਨਾਂ ਹੈ। ਉਹਨੇ ਮਿਰਜ਼ੇ ਦੀਆਂ ਕਿਤਾਬਾਂ ਪੜ੍ਹਨੀਆਂ ਸ਼ੁਰੂ ਕੀਤੀਆਂ। ਜਦੋਂ ਉਹਨੇ ਹਕੀਕਤ ਵੇਖੀ, ਉਹਨੇ ਮਿਰਜ਼ੇ ਤੇ ਸੁੱਟੀਆਂ ਲਾਹਨਤਾਂ। ਉਹ ਮੁਸਲਮਾਨ ਹੋ ਗਿਆ। ਸ਼ੁਰੂ 'ਚ ਉਹਦੀ ਮੁਖਾਲਫਤ ਹੋਈ ਉਹਦੇ ਘਰ, ਆਸਤਾ ਆਸਤਾ ਉਹਨੇ ਆਪਣੇ ਮਾਂ ਬਾਪ ਨੂੰ, ਆਪਣੇ ਭੈਣ ਭਰਾ ਸਾਰੇ ਮੁਸਲਮਾਨ ਕਰ ਲਏ। ਤੇ ਇਹਨਾਂ ਦੇ ਵਿੱਚੋਂ ਜਿਹੜਾ ਕੋਈ ਵਿਚਾਰਾ ਇਕੱਲਾ ਨਿਕਲਣ ਵੀ ਲੱਗਦਾ ਉਲੂ ਦੇ ਪੱਠੇ, ਉਹਨੂੰ ਜਾਂ ਜੇ ਉਹ ਵਿਆਹਿਆ ਹੋਏ ਤੇ ਉਹਦੀ ਬੀਵੀ ਬੱਚੇ ਵੀ ਖੋਹ ਲੈਂਦੇ ਨੇ। ਇੰਜ ਖੋਹਦੇ ਨੇ ਵੀ ਜਿਵੇਂ ਸਾਰੇ ਮਰਜ਼ੀਆਂ ਰਲ ਕੇ ਉਹਨੂੰ ਭੈਣ ਦੀ ਧੀ। ਸਹੀ ਹੈ। ਤੇ ਉਂਝ ਜਾਂਦੇ ਨੇ ਜੀ ਸਾਡੀ ਇੰਨੀ ਬੈਤ ਹੋਈ ਹੈ, ਇਸ ਸਾਲ ਇੰਨੀ ਬੈਤ ਹੋਈ ਹੈ। ਉਹ ਖੋਤੀ ਦੀ ਬੱਚਾ ਕਦੀ ਬੈਤ ਹੋਈ ਹੈ ਤੁਹਾਡੀ? ਉਹ ਭੁੱਖੇ ਮੁਲਕਾਂ 'ਚ ਤੁਸੀਂ ਟੁਰ ਜਾਂਦੇ ਹੋ ਤਬਲੀਗ ਕਰਨ। ਹੁਣ जिस बंदे को खाना भी नहीं मिलता उसको आप बोलो भाई तुझे 3 टाइम की रोटी देंगे, तुझे हमारा एक काम करना पड़ेगा। तो वो तो बोलेगा भाई तू मुझे, अगर बोलेगा ना कि मुझे बाप बोल, मैं तो वो भी तुझे बोलूँगा। तो इस हिसाब से वो भी जो बोलते जाते हैं, हालांकि उनको भी हकीकत नहीं पता होता। ये बोलते हैं मुजद्दद आया है, मिर्ज़ा कादियानी आ गया है। तो अगर उनको भी पता चले ना कि मिर्ज़े हरामज़ादे ने तो किया नबूवत का दावा, तो वो भी मिर्ज़े पे लानते भेजे। तो ऐसी तो इन मर्जियों की करतूतें हैं। जब इनसे कोई बात करें, कोई हतम नबूवत वाले मुजाहिद, तो ये बोलते हैं भाई कुरान और हदीस से बात करो। अबे कुरान हदीस से तुम्हारा वास्ता क्या उल्लू के पट्टो? मिर्ज़े गुलाम अहमद कादियानी खंजीर को तुम नबी मानते हो, नऊज़ बिल्लाह नबी मानते हो। उस खंजीर को जो बगैरत, दिमागी तवाज़न जिसका दुरुस्त नहीं था, जो हैज़े की वबा से बीमार हुआ, जिसके मुंह से भी गलाजत निकल रही थी, नीचे से भी उसके गलाजत निकल रही थी, उसके अंदर वो तुम रूई के वो तुक्के बना बना के तुमते थे उसके नीचे, कर शायद रुक जाए, शायद गलाजत रुक जाए। तो मरने तक तो उसकी गलाजत नहीं रुकी। तो तुम लोग किस खंजीर के बच्चे को नबी बोलते हो? और कुछ शर्म करो, कुछ शर्म है तो डूब के मर जाओ। और बगैर तो कुछ शर्म है तो डूब के मर जाओ। बाकी तुम लोगों को शर्म नहीं आनी, तुम लोगों को नंगा करता रहूँगा और भी। तो अभी वक्त हुआ चाहता, हम बंद करते हैं इसको। अगर आपने अभी तक हमारा चैनल सब्सक्राइब नहीं किया तो अभी सब्सक्राइब करें और बेल आइकॉन को क्लिक करके हमारी लेटेस्ट वीडियोस के बारे में अपडेट जानें।